मैं अक्सर जब किसी पोलीटिकल लीडर ਨਾਲ ਮਿਲਦਾ ਆ ਜਾਂ ਕਿਸੇ ਹੋਰ ਸੈਲੀਬ੍ਰਿਟੀ ਨਾਲ ਮਿਲਦਾ ਨਾ ਤਾਂ ਉਹਨਾਂ ਦੇ ਨਾਲ ਗਨਮੈਨ ਜੀ ਬਹੁਤ ਹੁੰਦੇ ਨੇ। ਸਿੰਘਾਂ ਨੂੰ ਤਾਂ ਚਾਹੀਦੇ ਨਹੀਂ ਗਨਮੈਨ, ਸਾਨੂੰ ਕਾਹਦੇ ਲਈ ਚਾਹੀਦੇ। ਤੁਸੀਂ ਜਦ ਇੱਕ ਬਿਆਨ ਦਿੱਤਾ ਸੀ ਕਿ ਜੇ 26 ਜਨਵਰੀ ਨੂੰ ਜਿਹੜਾ ਲਾਲ ਕਿਲੇ ਦੇ ਵਿੱਚ ਨਿਸ਼ਾਨ ਸਾਹਿਬ ਚਲਾਇਆ ਗਿਆ ਉਸ ਦੀ ਜ਼ਿੰਮੇਵਾਰੀ ਮੈਂ ਲੈਣਾ। ਹਾਂ ਮੈਂ ਹੁਣ ਲਿਆ ਉਸ ਤੋਂ ਬਾਅਦ ਤੁਹਾਨੂੰ ਕੋਈ ਕਾਲਸ ਆਈਆਂ ਕੋਈ ਦਿੱਲੀ ਪੁਲਿਸ ਵੱਲੋਂ ਜਾਂ ਦਿੱਲੀ ਇਹਦੇ ਨਾਲ ਸਿੱਖਾਂ ਦਾ ਹੌਸਲਾ ਬੁਲੰਦ ਹੋ ਗਿਆ ਕਿ ਕੋਈ ਸਿੱਖ ਹੈਗੇ ਹੈ ਜਿਹੜੇ ਇਹ ਸਾਡੀ ਜ਼ਿੰਮੇਵਾਰੀ ਲੈ ਸਕਦੇ ਆ। 26 ਜਨਵਰੀ ਜਿਹੜਾ ਦੋਸ਼ੀ ਆ ਮੁੱਖ ਦੋਸ਼ੀ ਆ ਉਹ ਦੀਪ ਸਿੱਧੂ ਉਸ ਦੇ ਉੱਤੇ 1 ਲੱਖ ਦਾ ਇਨਾਮ ਰੱਖ ਦਿੱਤਾ ਗਿਆ। ਜ਼ੀਰਕਪੁਰ ਉਹਨੂੰ ਫੜ ਲਿੱਤਾ ਗਿਆ। ਹੁਣ ਉਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਦੀਪ ਸਿੱਧੂ ਨੂੰ ਬਾਹਰ ਰਿਹਾ ਕਰਨਾ ਚਾਹੀਦਾ ਕਿਉਂਕਿ ਹਾਲਾਂਕਿ ਕਈ ਲੋਕ ਕਹਿ ਰਹੇ ਵੀ ਉਹਨਾਂ ਦਾ ਕੋਈ ਕਸੂਰ ਹੀ ਨਹੀਂ। ਅਮਨਪਸੰਦ ਤਰੀਕੇ ਨੇ ਨਾਲ ਉਹਨਾਂ ਨੇ ਸਾਰਾ ਕੁਝ ਕੀਤਾ ਤੇ ਲੱਖੇ ਨੇ ਵੀ ਕੀਤਾ ਤੇ ਲੱਖੇ ਦੇ ਉੱਤੇ ਵੀ ਇਨਾਮ ਰੱਖਤਾ। ਇਹ ਤਾਂ ਮੁਗਲ ਹਕੂਮਤ ਸਿੱਖਾਂ ਦੇ ਉੱਤੇ ਸਿਰਾਂ ਦੇ ਉੱਤੇ ਇਨਾਮ ਰੱਖਦੀ ਸੀਗੀ। ਜਿਵੇਂ ਜ਼ਕਰੀਆ ਖਾਨ ਸੂਬਾ ਲਾਹੌਰ ਸੀ ਉਹਨੇ ਇਨਾਮ ਰੱਖੇ ਸੀਗੇ ਤੇ ਇਹ ਤਾਂ ਫਿਰ ਇਹ ਮੁਗਲਾਂ ਦਾ ਮੁਕਾਬਲਾ ਹਿੰਦੂਤਵਾ ਵਾਲੇ ਕਰ ਰਹੀ ਹੈ BJP RSS ਕਿ ਸਿੱਖਾਂ ਦੇ ਸਿਰਾਂ ਦੇ ਉੱਤੇ ਮੁੱਲ ਰੱਖ ਰਹੇ ਆ। ਬਹੁਤ ਕਮੀਨੀ ਗੱਲ ਹੈ, ਇਹੋ ਜਿਹੀ ਹਿੰਦੂ ਨੂੰ ਕਰਨੀ ਨਹੀਂ ਚਾਹੀਦੀ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਪ੍ਰੀਤ ਸਿੰਘ ਬੱਲ ਨਿਰਪੱਖ ਪੋਸਟ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦਾ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ। 26 ਜਨਵਰੀ ਦੀ ਜੇ ਗੱਲ ਕਰੀਏ ਤਾਂ 26 ਜਨਵਰੀ ਬਹੁਤ ਇਤਿਹਾਸਕ ਦਿਨ ਹੁੰਦਾ ਤੇ 26 ਜਨਵਰੀ ਨੂੰ ਲੈ ਕੇ 2021 ਦੇ ਵਿੱਚ ਬੜੀਆਂ ਖਬਰਾਂ ਨਿਕਲੀਆਂ ਸੀ ਕਿਉਂਕਿ ਲੋਕ ਕਹਿੰਦੇ ਨੇ ਕਿ ਐਸੀ ਘਟਨਾ ਹੋ ਗਈ, ਨਿਸ਼ਾਨ ਸਾਹਿਬ ਚੁਲਾ ਦਿੱਤਾ ਗਿਆ ਲਾਲ ਕਿਲੇ ਤੇ। ਉਸ ਤੋਂ ਬਾਅਦ ਤਾਂ ਕਈ ਮੀਡੀਆ ਚੈਨਲਸ ਨੇ ਤਾਂ ਇਸ ਚੀਜ਼ ਨੂੰ ਇੱਦਾਂ ਦਿਖਾਇਆ ਕਿ ਪਤਾ ਨਹੀਂ ਕੀ ਕੁਝ ਹੋ ਗਿਆ। ਉਸ ਤੋਂ ਬਾਅਦ ਵੀ ਕਾਫੀ ਅਫਵਾਹਾਂ ਫੈਲਣੀਆਂ ਸ਼ੁਰੂ ਹੋ ਗਈਆਂ। ਕਿਸਾਨੀ ਮੋਰਚੇ ਨੂੰ ਹੋਰ ਥੱਲੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ, ਬੰਦੇ ਭੇਜੇ ਗਏ, ਕੁਝ ਐਸੇ ਬੰਦੇ ਭੇਜੇ ਗਏ ਕਹੇ ਜਾਂਦੇ ਸੀ ਕਿ RSS BJP ਦੇ ਬੰਦੇ ਨੇ ਉੱਥੇ ਪਥਰਾਵ ਕੀਤਾ ਗਿਆ, ਲਾਠੀ ਚਾਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਜਿਹੜਾ ਕਿਸਾਨੀ ਮੋਰਚਾ ਸੀ ਇਹ ਬਰਕਰਾਰ ਹੈ, ਉੱਥੇ ਹਜੇ ਵੀ ਦਿੱਲੀ ਦੀ ਹਿੱਕ ਤੇ ਦਿੱਲੀ ਬਾਰਡਰਾਂ ਤੇ ਬਰਕਰਾਰ ਹੈ। ਕਿਸਾਨ ਆਪਣੇ ਹੱਕਾਂ ਦੇ ਲਈ ਲੜ ਰਹੇ ਨੇ। ਮੇਰੇ ਨਾਲ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ ਸਿਮਰਜੀਤ ਸਿੰਘ ਜੀ ਮਾਨ ਸਾਹਿਬ। ਆਪਾਂ ਉਹਨਾਂ ਨਾਲ ਅੱਜ ਗੱਲਬਾਤ ਕਰਾਂਗੇ ਕਿ ਕਿਵੇਂ ਉਹ ਇਹ ਸਾਰੀ ਚੀਜ਼ ਨੂੰ ਦੇਖਦੇ ਨੇ, ਹੁਣ ਹਾਲ ਹੀ ਦੇ ਵਿੱਚ ਕਿਸਾਨੀ ਮੋਰਚਾ ਕਿਵੇਂ ਚੱਲ ਰਿਹਾ ਤੇ ਹੋਰ ਵੀ ਕਾਫੀ ਸਵਾਲ ਨੇ ਜਿਹੜੇ ਜ਼ਹਿਨ ਦੇ ਵਿੱਚ ਨੇ। ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਮਾਨ ਸਾਹਿਬ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾ ਸਵਾਲ ਮੇਰਾ ਇਹ ਹੋਊਗਾ, ਮੈਂ ਅਕਸਰ ਜਦ ਕਿਸੇ ਪੋਲੀਟੀਕਲ ਲੀਡਰ ਨਾਲ ਮਿਲਦਾ ਆ ਜਾਂ ਕਿਸੇ ਹੋਰ ਸੈਲੀਬ੍ਰਿਟੀ ਨਾਲ ਮਿਲਦਾ ਨਾ ਤਾਂ ਉਹਨਾਂ ਦੇ ਨਾਲ ਗਨਮੈਨ ਜੀ ਬਹੁਤ ਹੁੰਦੇ ਨੇ। 4 ਇੱਧਰ ਹੁੰਦੇ ਨੇ 4 ਇੱਧਰ ਹੁੰਦੇ ਨੇ। ਪਰ ਤੁਸੀਂ ਜਦ ਹੁਣ ਆਏ ਸੀ ਤੁਹਾਡੇ ਨਾਲ ਕੋਈ ਵੀ ਨਹੀਂ ਸੀਗਾ। ਗਨਮੈਨ ਹੀ ਹੈ ਜੀ ਸਾਰੇ। ਇਹ ਸਿੰਘਾਂ ਨੂੰ ਤਾਂ ਚਾਹੀਦੇ ਨਹੀਂ ਇਹ ਗਨਮੈਨ, ਸਾਨੂੰ ਕਾਹਦੇ ਲਈ ਚਾਹੀਦੇ। ਇਹ ਤਾਂ ਜਿਹੜੇ ਬੁਜ਼ਦਲ ਆਦਮੀ ਹੁੰਦੇ ਆ ਉਹ ਲੈ ਲੈਂਦੇ ਆ, ਜਾਂ ਜਿਹੜੇ ਸਰਕਾਰ ਦੇ ਨਾਲ ਚੱਲਦੇ ਆ ਉਹਨਾਂ ਨੂੰ ਡਰ ਹੁੰਦਾ ਕਿ ਇਹ ਸਾਨੂੰ ਜਿਹੜੇ ਅਸਲੀ ਲੋਕ ਹੈਗੇ ਆ ਉਹ ਨੁਕਸਾਨ ਨਾ ਕਰਦੇ। ਇੱਕ ਸਵਾਲ ਮੇਰਾ ਇਹ ਹੋਊਗਾ, ਬਾਲੀਵੁੱਡ ਦੇ ਵਿੱਚ ਨਾ ਆਪਣੀ ਪੱਗਾਂ ਨੂੰ ਸਿੱਖੀ ਨੂੰ ਬਹੁਤ ਗਲਤ ਦਿਖਾਇਆ ਗਿਆ ਹੁਣ ਤੱਕ ਤੇ ਆਪਾਂ ਵੀ ਦੇਖਦੇ ਰਹੇ ਹਾਂ। ਵੈਸੇ ਇਹਦੇ ਵਿੱਚ ਘਾਟ ਆਪਣੀ ਵੀ ਆ ਵੀ ਆਪਾਂ ਵੀ ਉਹਨਾਂ ਨੂੰ ਲੋਕਾਂ ਨੂੰ ਉਹਨਾਂ ਨੂੰ ਉੱਤੇ ਚੜਾਉਂਦੇ ਰਹੇ ਹਾਂ। ਉਹ ਵੱਡੀਆਂ 50 ਦਿਖਾ ਦਿੰਦੇ ਸੀ, ਇੱਕ ਟੋਪੀ ਦੇ ਤੌਰ ਤੇ ਪੱਗ ਨੂੰ ਰਖਾ ਕੇ ਅੱਗੇ ਕਰ ਦਿੰਦੇ ਸੀਗੇ। ਅੱਜ ਉਹਨਾਂ ਨੂੰ ਹੀ ਮਾੜਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਹਿੰਦੇ ਵੀ ਇਹ ਤਾਂ ਅੱਤਵਾਦੀ ਨੇ, ਇਹ ਖਾਲਿਸਤਾਨੀ ਨੇ, ਇਹ ਨਕਸਲਵਾਦੀ ਨੇ, ਟੁਕੜੇ ਗੈਂਗ, ਪਤਾ ਨਹੀਂ ਕਿਹੜੇ ਗੈਂਗ ਦੇ ਨਾਮ ਦਿੱਤੇ ਜਿਹੜੇ ਕਦੇ ਸੁਣੇ ਵੀ ਨਹੀਂ ਸੀਗੇ। ਇਹ ਕੌਣ ਕਹਿ ਰਿਹਾ ਇਹੋ ਜਿਹੀ ਗੱਲ? ਇਹ ਨੈਸ਼ਨਲ ਮੀਡੀਆ। ਜਿਹੜਾ ਨੈਸ਼ਨਲ ਮੀਡੀਆ ਨਾ ਇਹ ਮੈਜੋਰਿਟੀ ਹਿੰਦੂ ਮੀਡੀਆ ਹੈਗਾ ਤੇ ਇਹਨਾਂ ਨੂੰ ਆਪਣੀ ਹਿਸਟਰੀ ਦਾ ਨਹੀਂ ਪਤਾ ਹੈਗਾ ਕਿ ਜਦੋਂ ਨਾਦਰ ਸ਼ਾਹ ਆਉਂਦਾ ਸੀਗਾ, ਅਬਦਾਲੀ ਆਉਂਦਾ ਸੀਗਾ, ਉਦੋਂ ਹਿੰਦੂਆਂ ਦੀਆਂ ਬੇਟੀਆਂ ਲੈ ਕੇ ਉਹ ਪਰਸ਼ੀਆ ਨੂੰ, ਈਰਾਨ ਨੂੰ, ਅਫਗਾਨਿਸਤਾਨ ਨੂੰ ਲੈ ਕੇ ਬਸਰੇ ਦੇ ਵਿੱਚ, ਗਜ਼ਨੀ ਦੇ ਵਿੱਚ, ਕਾਬਲ ਦੇ ਵਿੱਚ ਵੇਚਦੇ ਸੀਗੇ ਜੀ। ਤੇ ਇਹਨਾਂ ਦੀਆਂ ਧੀਆਂ ਨੂੰ ਉਸ ਵੇਲੇ ਜਿਹੜੇ ਸਿੱਖ ਸੀਗੇ ਉਹ ਛਡਾਇਆ ਕਰਦੇ ਸੀਗੇ ਤੇ ਉਹਨਾਂ ਦੇ ਸਾਫੇ ਬੰਨੇ ਹੁੰਦੇ ਸੀਗੇ। ਦੂਸਰੀ ਗੱਲ ਹੈ, ਜਿਹੜਾ ਏਸ਼ੀਆ ਇਹਦੇ ਵਿੱਚ ਪਰੰਪਰਾ ਹੈਗੀ ਹੈ ਕਿ ਸਾਰੇ ਲੋਕ ਸਾਫਾ ਬੰਨ੍ਹਦੇ ਆ। ਜੇ ਅਫਗਾਨਿਸਤਾਨ ਦੇ ਲੋਕ ਦੇਖੋਗੇ ਉਹ ਵੀ ਸਾਫਾ ਬੰਨ੍ਹਦੇ ਆ, ਈਰਾਨ ਇਰਾਕ ਦੇ ਵੀ ਬੰਨ੍ਹਦੇ ਆ, ਬਰਮਾ ਦੇ ਵੀ ਬੰਨ੍ਹਦੇ ਆ,
ਤੇ ਹਿੰਦੂ ਵੀ ਬੰਨ੍ਹਦੇ ਹੈ ਜਦੋਂ ਇਹਨਾਂ ਦੀ ਸ਼ਾਦੀ ਹੁੰਦੀ ਹੈ ਜਾਂ ਇਹਨਾਂ ਦਾ ਕੋਈ ਮਰ ਜਾਂਦਾ ਹੈ ਜੀ ਤੇ ਡਾਕਟਰ ਰਾਧਾ ਕ੍ਰਿਸ਼ਨਨ ਸਾਡੇ ਪ੍ਰੈਜ਼ੀਡੈਂਟ ਰਹੇ ਹੈ ਜੀ ਉਹ ਵੀ ਸਾਫਾ ਬੰਨ੍ਹਦੇ ਸੀਗੇ। ਪਰ ਮੈਨੂੰ ਇਹ ਨਹੀਂ ਪਤਾ ਕਿ ਇਹਨਾਂ ਨੂੰ ਹੁਣ ਸਾਫੇ ਤੋਂ ਨਫ਼ਰਤ ਕਿਉਂ ਹੈ। ਕਿਉਂ ਕਰਕੇ ਜਦੋਂ ਚੀਨੀਆਂ ਨੇ ਪਿਛਲੇ ਸਾਲ ਅਪ੍ਰੈਲ ਦੇ ਵਿੱਚ ਲਦਾਖ ਦੇ ਵਿੱਚ ਹਮਲਾ ਕਰਤਾ ਤੇ ਇੰਡੀਆ ਦੀ ਆਰਮੀ ਤੋਂ ਉਹ ਹਮਲੇ ਦਾ ਮੁਕਾਬਲਾ ਨਹੀਂ ਸੀ ਹੋ ਰਿਹਾ। ਫਿਰ ਮੋਦੀ ਸਾਹਿਬ ਨੇ ਸਿੱਖ ਫੌਜਾਂ ਸਿੱਖ ਬਟਾਲੀਅਨਸ ਭੇਜੇ। ਜਦੋਂ ਸਿੱਖ ਬਟਾਲੀਅਨਸ ਲਦਾਖ ਪਹੁੰਚ ਗਏ ਜਿਵੇਂ ਸਿੱਖਾਂ ਦੀ ਰੈਜੀਮੈਂਟਸ ਦੀ ਰਸਮ ਹੈ ਉਹਨਾਂ ਦੇ ਅੱਗੇ ਨਿਸ਼ਾਨ ਸਾਹਿਬ ਚੱਲਦਾ ਜੀ ਉਸ ਤੋਂ ਮਗਰ ਹੁੰਦੇ ਹੈ ਗੁਰੂ ਗ੍ਰੰਥ ਸਾਹਿਬ ਜੀ ਫਿਰ ਹੁੰਦੀ ਹੈ ਪਲਟਨ ਤੇ ਰਸਮ ਦੇ ਮੁਤਾਬਕ ਉਹਨਾਂ ਨੇ ਚੀਨੀਆਂ ਜਿੱਥੇ ਜਿੱਥੇ ਹਮਲਾ ਕਰਕੇ ਬੈਠੇ ਸੀਗੇ ਉੱਥੇ ਨਿਸ਼ਾਨ ਸਾਹਿਬ ਚੜ੍ਹਾਤੇ। ਉਸ ਦਿਨ ਤੋਂ ਬਾਅਦ ਚੀਨ ਫੌਜਾਂ ਢਲ ਗਈਆਂ ਤੇ ਵਾਪਸ ਜਾਣ ਲੱਗ ਪਈਆਂ ਤੇ ਇਹਨਾਂ ਦੀ ਸੁਲ੍ਹਾ ਹੋ ਗਈ ਹਿੰਦੂ ਤੇ ਚੀਨੀਆਂ ਦੀ। ਠੀਕ ਹੈ ਤੇ ਹਿੰਦੂਆਂ ਨੂੰ ਸਮਝਣਾ ਚਾਹੀਦਾ ਹੈ ਕਿ ਤੁਹਾਡੀਆਂ ਬੀਬੀਆਂ ਬਚਾਈਆਂ ਸਾਫੇ ਨੇ ਤੇ ਤੁਸੀਂ ਇਸ ਗੱਲ ਤੋਂ ਕਿਉਂ ਪਿੱਛੇ ਹਟਦੇ ਹੋ। ਜਦੋਂ ਵਰਲਡ ਵਾਰ ਹੋਇਆ ਵਰਲਡ ਵਾਰ 2 ਤੇ ਫਰਾਂਸ ਨੂੰ ਜਰਮਨ ਨੇ 2 ਵਾਰੀ ਫਤਿਹ ਕਰ ਲਿਆ ਸੀਗਾ ਤੇ ਸਿੱਖ ਫੌਜਾਂ ਨੇ ਬਰਤਾਨੀਆ ਦੀ ਫੌਜ ਆਸਟ੍ਰੇਲੀਆ ਦੀ ਫੌਜ ਅਮਰੀਕਾ ਦੀ ਫੌਜ ਦੇ ਨਾਲ ਜਾ ਕੇ ਫਰਾਂਸ ਨੂੰ ਜਰਮਨ ਤੋਂ ਰਿਹਾ ਕੀਤਾ ਸੀਗਾ। ਜਦੋਂ ਫਰਾਂਸ ਰਿਹਾ ਹੋ ਗਿਆ ਉੱਥੇ ਇੱਕ ਬਹੁਤ ਵੱਡੀ ਮਿਲਟਰੀ ਪਰੇਡ ਹੋਈ। ਉਹ ਜਿੱਥੇ ਪਰੇਡ ਹੁੰਦੀ ਹੈ ਉਹਦਾ ਨਾਂ ਹੈ ਸ਼ੌਂਜ਼ੇਲੀ ਪੈਰਿਸ ਦੇ ਵਿੱਚ। ਤੇ ਜਦੋਂ ਸਿੱਖ ਫੌਜੀ ਜਿਨ੍ਹਾਂ ਨੇ ਫਤਿਹ ਕੀਤਾ ਸੀਗਾ ਜਦੋਂ ਉਹ ਪਰੇਡ ਦੇ ਵਿੱਚ ਆਏ ਤੇ ਫਰਾਂਸ ਦੀਆਂ ਮਹਿਮਾਂ ਉਹਨਾਂ ਦੀਆਂ ਗੱਲਾਂ ਨੂੰ ਚੁੰਮਣ ਲੱਗ ਪਈਆਂ ਹੈ ਨਾ। ਬੇਸ਼ੱਕ ਸਿੱਖਾਂ ਦੇ ਦਾੜੀ ਬੜੀ ਹੁੰਦੀ ਹੈ ਪਰ ਬਾਵਜੂਦ ਉਹ ਮਹਿਮਾਂ ਨੇ ਸਿੱਖਾਂ ਨੂੰ ਮੂੰਹ ਦੇ ਉੱਤੇ ਚੁੰਮਿਆ। ਹੁਣ ਫਰਾਂਸ ਵੀ ਭੁੱਲ ਗਿਆ ਹੈ ਕਿ ਇਹਨਾਂ ਸਿੱਖਾਂ ਨੇ ਤੁਹਾਨੂੰ 2 ਵਾਰੀ ਫਰਾਂਸ ਤੋਂ ਜਰਮਨ ਤੋਂ ਰਿਹਾ ਕਰਾਇਆ ਹੈ ਪਰ ਤੁਸੀਂ ਵੀ ਸਾਫਾ ਉੱਥੇ ਨਹੀਂ ਬੰਨ੍ਹਣ ਦਿੰਦੇ। ਸੋ ਇਹ ਜਿਹੜੀ ਚੀਜ਼ ਹੈ ਜਿੰਨਾ ਚਿਰ ਤੁਹਾਡਾ ਆਪਣਾ ਰਾਜ ਨਹੀਂ ਹੋਊਗਾ ਖਾਲਿਸਤਾਨ ਨਹੀਂ ਹੋਊਗਾ ਉਨਾ ਚਿਰ ਤੁਹਾਨੂੰ ਕੋਈ ਹੋਰ ਕੌਮ ਤੁਹਾਡੀ ਜਿਹੜੀ ਪਛਾਣ ਹੈ ਉਹ ਰਹਿਣ ਨਹੀਂ ਦੇਊਗੀ। ਜਿਵੇਂ ਆਪ ਜੀ ਨੇ ਹੁਣ ਸਿਰ ਮੁੰਨ ਲਿਆ ਤੁਸੀਂ ਕਹਿੰਦੇ ਹੋ ਮੈਂ ਬਲ ਹੈ ਹੈਗੇ ਤਾਂ ਸਿੱਖ ਹੋ ਜੀ ਤੇ ਫਿਰ ਇਹ ਤੁਸੀਂ ਉਹਨਾਂ ਦੀ ਖੁਸ਼ਾਮਤ ਦੇ ਲਈ ਹਿੰਦੂਤਵਾ ਦੇ ਲਈ ਉਹਨਾਂ ਦੇ ਨਾਲ ਕੰਮ ਕਰਾਉਣ ਦੇ ਲਈ ਤੁਸੀਂ ਵੀ ਆਪਣੇ ਕੇਸ ਕੂਸ ਮੁੰਨ ਲਏ ਆ ਤੇ ਜਿੰਨਾ ਚਿਰ ਸਾਡੀ ਹਕੂਮਤ ਵਾਪਸ ਨਹੀਂ ਆਊਗੀ ਉਨਾ ਚਿਰ ਇਹ ਸਾਫੇ ਦਾ ਝਗੜਾ ਰਹੂਗਾ। ਜਦੋਂ ਸਾਡਾ ਰਾਜ 1849 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਚਲਿਆ ਗਿਆ ਉਸ ਤੋਂ ਬਾਅਦ ਜਿੰਨੇ ਵੀ ਹਿੰਦੂ ਆਰੀਆ ਸਮਾਜ ਮਿਸ਼ਨਰੀ ਸੀਗੇ ਈਸਾਈਆਂ ਦੇ ਮਿਸ਼ਨਰੀ ਸੀਗੇ ਇਹ ਬਹੁਤ ਜ਼ਿਆਦਾ ਬਿਜ਼ੀ ਹੋ ਗਏ ਤੇ ਇਹਨਾਂ ਨੇ ਕਾਫੀ ਸਿੱਖਾਂ ਨੂੰ ਈਸਾਈ ਵੀ ਬਣਾਤਾ। ਜਿਹੜਾ ਮਹਾਰਾਜਾ ਕਪੂਰਥਲਾ ਸੀਗਾ ਉਹ ਈਸਾਈ ਬਣ ਗਿਆ। ਜਿਹੜਾ ਦਿਆਲ ਸਿੰਘ ਮਜੀਠੀਆ ਸੀ ਜਿਨ੍ਹਾਂ ਨੇ ਟ੍ਰਿਬਿਊਨ ਨੂੰ ਪੈਦਾ ਕੀਤਾ ਉਹ ਵੀ ਆਰੀਆ ਸਮਾਜ ਬਣ ਗਏ। ਅੱਜ ਟ੍ਰਿਬਿਊਨ ਫਿਰ ਹਿੰਦੂਤਵ ਦੀ ਗੱਲ ਕਰਦੀ ਹੈ ਸਿੱਖਾਂ ਦੀ ਨਹੀਂ ਕਰਦੀ ਹੈਗੀ। ਇਹ ਸਾਰੀਆਂ ਚੀਜ਼ਾਂ ਸਿੱਖਾਂ ਨੇ ਚਲਾਈਆਂ ਹੋਈਆਂ ਪਰ ਇਹ ਜਦੋਂ ਸਾਡਾ ਰਾਜ ਚਲੇ ਗਿਆ ਉਦੋਂ ਹਿੰਦੂਆਂ ਨੇ ਈਸਾਈਆਂ ਨੇ ਜ਼ੋਰ ਪਾ ਕੇ ਸਾਡੇ ਵੱਡੇ ਵੱਡੇ ਲੋਕ ਆਪਣੇ ਮਜ਼ਹਬ ਦੇ ਵਿੱਚ ਲੈ ਲਏ।
ਸੋ ਜਿੰਨਾ ਚਿਰ ਆਪਣਾ ਰਾਜ ਨਹੀਂ ਆਉਂਦਾ, ਆਪਣਾ ਖਾਲਿਸਤਾਨ ਅਲੱਗਾ ਮੁਲਕ ਨਹੀਂ ਬਣਦਾ, ਉਨਾ ਚਿਰ ਇਹ ਤੁਸੀਂ ਘਟੀਆ ਗੱਲਾਂ ਸੁਣਦੇ ਰਹੋਗੇ। ਇਹ ਪ੍ਰੋਬਲਮ ਇਹਨਾਂ ਨੂੰ ਕਿੱਥੋਂ ਹੈ ਵੀ ਜੇ ਦੇਖੀਏ ਤਾਂ ਅਕਸਰ ਜਿਵੇਂ ਹੁਣ ਤੁਸੀਂ ਵੀ ਗੱਲ ਕੀਤੀ ਕਿ ਸਿੱਖ ਬਟਾਲੀਅਨ ਦੇ ਉੱਤੇ ਵੀ ਨਿਸ਼ਾਨ ਸਾਹਿਬ ਝੁਲਦੇ ਨੇ। ਆਪਾਂ ਪਿੱਛੇ ਵੀਡੀਓ ਵੀ ਦੇਖੀ ਜਿੱਥੇ ਰਾਜਨਾਥ ਸਿੰਘ ਵੀ ਗਏ ਸੀਗੇ ਤੇ ਸਿੱਖ ਬਟਾਲੀਅਨ ਜੈਕਾਰਾ ਬੁਲਾ ਰਹੀ ਸੀਗੀ, ਬੋਲੇ ਸੋ ਨਿਹਾਲ ਦਾ ਜਿਹੜਾ ਜੈਕਾਰਾ ਉੱਥੇ ਗੂੰਜਿਆ ਸੀ ਤੇ ਉਸ ਦੇ ਵਿੱਚ ਉਹਨਾਂ ਨੇ ਵੀ ਸਾਥ ਦਿੱਤਾ ਤੇ ਉੱਥੇ ਨਿਸ਼ਾਨ ਸਾਹਿਬ ਬਕਾਇਦਾ ਝੂਲ ਰਿਹਾ ਸੀਗਾ। ਇਹਨਾਂ ਨੂੰ ਪ੍ਰੋਬਲਮ ਕਿੱਥੋਂ ਹੈ ਵੀ ਕੀ ਇਹਨਾਂ ਨੂੰ ਅਸਲ ਝਗੜਾ ਹੁਣ ਜੇ ਲਾਲ ਕਿਲੇ ਦੀ ਗੱਲ ਕਰੀਏ ਤਾਂ ਉੱਥੇ ਵੀ ਨਿਸ਼ਾਨ ਸਾਹਿਬ ਝੁਲਾਇਆ ਸੀਗਾ ਤੇ ਕੋਈ ਉਹਨਾਂ ਨੇ ਕੀ ਗਲਤ ਕੀਤਾ? ਹਾਲਾਂਕਿ ਜਿਹੜਾ ਤਿਰੰਗਾ ਝੰਡਾ ਉੱਤੇ ਤਾਂ ਝੂਲ ਹੀ ਰਿਹਾ ਸੀਗਾ ਉਹ। ਮੇਰਾ ਕਹਿਣ ਦਾ ਮਤਲਬ ਹੈ ਕਿ ਇਹਨਾਂ ਨੂੰ ਸਿੱਖ ਕੌਮ ਤੋਂ ਨਫ਼ਰਤ ਹੈ। ਜੇ ਲਦਾਖ ਦੇ ਵਿੱਚ ਨਿਸ਼ਾਨ ਸਾਹਿਬ ਝੂਲੇ ਹੈ ਤੇ ਫਿਰ ਲਾਲ ਕਿਲੇ ਦੇ ਵਿੱਚ ਜੇ ਉੱਤੇ ਝੂਲ ਗਏ ਤਾਂ ਹਿੰਦੂ ਭਰਾਵਾਂ ਨੂੰ ਇਹਦਾ ਇਤਰਾਜ਼ ਨਹੀਂ ਹੋਣਾ ਚਾਹੀਦਾ। ਕਿਉਂ ਕਰਕੇ ਜਦੋਂ ਹਿੰਦੂ ਬਿਲਕੁਲ ਦਬਿਆ ਹੋਇਆ ਸੀ, ਮੁਗਲ ਰਾਜ ਸੀਗਾ ਤੇ 1784 ਦੇ ਵਿੱਚ ਬਾਬਾ ਬਘੇਲ ਸਿੰਘ ਨੇ ਦਿੱਲੀ ਫਤਿਹ ਕੀਤੀ ਸੀ ਜੀ। ਉਹਨਾਂ ਨੇ ਵੀ ਲਾਲ ਕਿਲੇ ਦੇ ਉੱਤੇ ਨਿਸ਼ਾਨ ਸਾਹਿਬ ਚੜ੍ਹਾਇਆ ਸੀਗਾ ਜੀ। ਸੋ ਮੇਰਾ ਮਤਲਬ ਹੈ ਕਿ ਇਹਨਾਂ ਦਾ ਰਾਜ ਹੈ, ਇਹ ਇਹੋ ਜਿਹੀਆਂ ਹਕੀਕਤਾਂ ਕਰਦੇ ਆ, ਪਰ ਇਹਨਾਂ ਨੂੰ ਹੁਣ ਪਤਾ ਲੱਗ ਰਿਹਾ ਹੈ ਕਿ ਸਿੱਖ ਵੀ ਤਕੜੇ ਹੈਗੇ ਆ ਤੇ ਅਸੀਂ ਇਹਨਾਂ ਦੇ ਦਬਾਅ ਦੇ ਥੱਲੇ ਨਹੀਂ ਆਉਣਾ ਤੇ ਇਹਨਾਂ ਨੂੰ ਜਿਹੜੇ ਕੇਸ ਲਾਲ ਕਿਲੇ 'ਤੇ ਕੀਤੇ ਆ ਉਹ ਵਾਪਸ ਲੈਣੇ ਚਾਹੀਦੇ ਹੈ। ਅੱਜ ਸਾਡਾ ਦਮਦਮਾ ਸਾਹਿਬ ਤਖਤ ਤੋਂ ਇੱਕ ਬੀਬੀਆਂ ਦਾ ਜਥਾ ਰਵਾਨਾ ਹੋਇਆ ਹੈ ਗ੍ਰਿਫਤਾਰੀ ਦੇ ਲਈ, ਜਿਹੜੀ ਦਿੱਲੀ ਜਾ ਕੇ ਗ੍ਰਿਫਤਾਰ ਦੇਣਗੀਆਂ ਬੀਬੀਆਂ। ਪਹਿਲਾ ਜਥਾ ਸਾਡਾ ਜਾਇਆ ਉਹ ਅਕਾਲ ਤਖਤ ਸਾਹਿਬ ਤੋਂ ਰਵਾਨਾ ਹੋਇਆ ਸੀ ਜੀ। ਅੱਜ ਦਮਦਮਾ ਸਾਹਿਬ ਤੋਂ ਹੋ ਰਿਹਾ, ਇੱਕ ਹਫ਼ਤੇ ਬਾਅਦ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਤੋਂ ਹੋਊਗਾ। ਇਹ ਜਥੇ ਕਦੋਂ ਤੱਕ ਚੱਲਦੇ ਰਹਿਣਗੇ, ਕਦੋਂ ਤੱਕ ਰਵਾਨਾ ਹੋਣਗੇ? ਇਹ ਜਿੰਨਾ ਚਿਰ ਇਹ ਹਿੰਦੁੱਤਵਾ ਦੇ ਲੋਕ ਸਿੱਖਾਂ ਦੇ ਉੱਤੇ ਜ਼ੁਲਮ ਕਰਦੇ ਰਹਿਣਗੇ ਉਹਨਾਂ ਚਿਰ ਚੱਲਦੇ ਰਹਿਣਗੇ। ਸਰ ਇਹਨਾਂ ਕੋਈ ਫਰਕ ਪਊਗਾ? ਸਰਕਾਰ ਝੁਕੂਗੀ? ਨਾ ਝੁਕੇ, ਪਰ ਇਹ ਸਿੱਖਾਂ ਦੀ ਪਰੰਪਰਾ ਹੈ ਕਿ ਅਸੀਂ ਮੁਕਾਬਲਾ ਕਰਦੇ ਹਾਂ ਅਮਨ ਪਸੰਦ ਤਰੀਕੇ ਦੇ ਨਾਲ। ਜਦੋਂ ਸਾਡੇ ਕੋਲੇ ਰਾਜ ਹੁੰਦਾ ਹੈ ਫਿਰ ਅਸੀਂ ਮਿਲਟਰੀਲੀ ਵੀ ਕਰਦੇ ਹਾਂ ਤੇ ਇਹ ਸਾਡੀ ਪਰੰਪਰਾ ਹੈਗੀ ਹੈ। ਮਾਨ ਸਾਹਿਬ ਜੀ, ਤੁਹਾਨੂੰ ਇੱਕ ਮੈਂ ਸਵਾਲ ਪੁੱਛੂੰਗਾ। ਜਿਵੇਂ ਖਾਲਿਸਤਾਨ ਦੀ ਤੁਸੀਂ ਗੱਲ ਕੀਤੀ ਕਿ ਜਦ ਤੱਕ ਆਪਣਾ ਰਾਜ ਨਹੀਂ ਹੁੰਦਾ ਇਹਨਾਂ ਨੂੰ ਪਤਾ ਨਹੀਂ ਲੱਗੂਗਾ, ਅਸਲ ਖਾਲਿਸਤਾਨ ਕਿਸ ਚੀਜ਼ ਨੂੰ ਮੰਨਦੇ ਹੋ? ਖਾਲਿਸਤਾਨ ਹੋਊਗਾ ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ, ਜਿਵੇਂ ਹੁਣ ਬੰਦਾ ਸਿੰਘ ਬਹਾਦਰ ਦਾ ਸੀਗਾ। ਹੁਣ ਤੁਹਾਡੇ ਵਰਗੇ ਲੋਕ ਕਹਿ ਦਿੰਦੇ ਆ ਜੀ ਮਨਮੋਹਨ ਸਿੰਘ ਜੀ ਵੀ ਤਾਂ ਪ੍ਰਾਈਮ ਮਿਨਿਸਟਰ ਬਣੇ ਸੀਗੇ। ਪ੍ਰਾਈਮ ਮਿਨਿਸਟਰ ਜਿਹੜਾ ਇੰਡੀਆ ਦਾ ਬਣੂਗਾ ਉਹ ਪਾਲਿਸੀ ਹਿੰਦੂ ਦੀ ਚਲਾਊਗਾ। ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਮੁਸਲਮਾਨ ਫੋਰਨ ਮਿਨਿਸਟਰ ਸੀਗੇ ਫਕੀਰ ਅਜ਼ੀਜ਼ੁਦੀਨ ਜੀ, ਉਹਨਾਂ ਨੂੰ ਪਾਲਿਸੀ ਤਾਂ ਸਿੱਖ ਦਰਬਾਰ ਦੀ ਚਲਾਉਣੀ ਪੈਂਦੀ ਸੀ। ਜਿਵੇਂ ਹਿੰਦੂ ਸੀਗੇ ਫਾਈਨੈਂਸ ਮਿਨਿਸਟਰ, ਉਹ ਪਾਲਿਸੀ ਤਾਂ ਸਿੱਖ ਦਰਬਾਰ ਦੀ ਚਲਾਉਂਦੇ ਸੀ ਨਾ। ਇਸੇ ਤਰ੍ਹਾਂ ਜੇ ਸਿੱਖ ਜਰਨੈਲ ਵੀ ਹੋਊਗਾ, ਜਿਵੇਂ ਮਨਮੋਹਨ ਸਿੰਘ ਜੀ ਵੀ ਪ੍ਰਾਈਮ ਮਿਨਿਸਟਰ ਸੀਗੇ, ਉਹਨਾਂ ਨੂੰ ਹਿੰਦੁੱਤਵਾ ਦੀ ਪਾਲਿਸੀ ਲਾਗੂ ਕਰਨੀ ਪੈਂਦੀ ਹੈ। ਉਹ ਸਿੱਖ ਦੀ ਨਹੀਂ ਕਰ ਸਕਦੇ ਹੈਗੇ। ਤੁਸੀਂ ਜਦ ਇੱਕ ਬਿਆਨ ਦਿੱਤਾ ਸੀ ਕਿ ਜੇ 26 ਜਨਵਰੀ ਨੂੰ ਜਿਹੜਾ ਲਾਲ ਕਿਲੇ ਦੇ ਵਿੱਚ ਨਿਸ਼ਾਨ ਸਾਹਿਬ ਚਲਾਇਆ ਗਿਆ ਉਸਦੀ ਜ਼ਿੰਮੇਵਾਰੀ ਮੈਂ ਲੈਣਾ। ਹਾਂ, ਮੈਂ ਲਿਆ। ਉਸ ਤੋਂ ਬਾਅਦ ਤੁਹਾਨੂੰ ਕੋਈ ਕਾਲਸ ਆਈਆਂ ਕੋਈ ਦਿੱਲੀ ਪੁਲਿਸ ਵੱਲੋਂ ਜਾਂ ਦਿੱਲੀ? ਇਹਦੇ ਨਾਲ ਸਿੱਖਾਂ ਦਾ ਹੌਸਲਾ ਬੁਲੰਦ ਹੋ ਗਿਆ ਕਿ ਕੋਈ ਸਿੱਖ ਹੈਗੇ ਹੈ ਜਿਹੜੇ ਇਹ ਸਾਡੀ ਜ਼ਿੰਮੇਵਾਰੀ ਲੈ ਸਕਦੇ ਹੈ। ਤੇ ਮੈਂ ਤਾਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਜਿਹੜੇ ਹੁਣ ਹੈਗੇ ਆ ਸਾਰੇ ਤਖਤਾਂ ਦੇ ਤੇ SGPC ਨੂੰ ਵੀ ਕਿਹਾ ਜੀ ਕਿ ਤੁਸੀਂ ਤਕੜੇ ਹੋ ਕੇ ਇਹਦੀ ਜ਼ਿੰਮੇਵਾਰੀ ਲਓ। ਕਿਉਂ ਕਰਕੇ ਇਤਿਹਾਸ ਨੇ ਤੁਹਾਨੂੰ ਬਖਸ਼ਣਾ ਨਹੀਂ ਹੈ ਜੇ ਤੁਸੀਂ ਨਿਸ਼ਾਨ ਸਾਹਿਬ ਚੜ੍ਹਾਉਣ ਦੀ ਜ਼ਿੰਮੇਵਾਰੀ ਨਹੀਂ ਲਓਗੇ। ਪਰ ਬੁਜ਼ਦਿਲ ਹੈ, ਇਹਨਾਂ ਨੂੰ ਚਾਹੀਦੀਆਂ ਚੀਜ਼ਾਂ ਸਰਕਾਰ ਦੇ
ਗੱਫੇ ਚਾਹੀਦੇ ਹੈ ਫਿਰ ਇਹ ਨਹੀਂ ਬੋਲਦੇ। ਕਿਸਾਨੀ ਮੋਰਚੇ ਦੀ ਜੇ ਗੱਲ ਕਰੀਏ, ਤੁਹਾਨੂੰ ਕੀ ਲੱਗਦਾ ਵੀ ਲੀਹ ਤੇ ਹੈ, ਆਪਣੀ ਲੀਹ ਤੋਂ ਭਟਕਦਾ ਨਹੀਂ ਗਿਆ ਵੀ ਕਿਸਾਨ ਆਗੂ ਜੋ ਬਿਆਨ ਦੇ ਰਹੇ ਨੇ, ਜੋ ਕਰ ਰਹੇ ਨੇ, ਉਹ ਠੀਕ ਹੈ? ਕਿਸਾਨਾਂ ਨੂੰ ਇਹੋ ਜਿਹੇ ਬਿਆਨ ਨਹੀਂ ਦੇਣੇ ਚਾਹੀਦੇ, ਕਿਉਂ ਕਰਕੇ ਮਕਸਦ ਸਾਰਿਆਂ ਦਾ ਹੈਗਾ ਹੈ ਕਿ ਇਹ ਮੋਰਚਾ ਫਤਿਹ ਹੋਵੇ। ਤੇ ਜਦੋਂ ਅਸੀਂ ਸਾਰੇ ਫਤਿਹ ਦੀ ਆਸ ਦੇ ਵਿੱਚ ਬੈਠੇ ਹਾਂ, ਫਿਰ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਨਹੀਂ ਦੇਣੀ ਇਹ ਕਿਤੇ ਨਾ ਕਿਤੇ ਤੋੜਦੀ ਹੈ। ਤੇ ਅਸੀਂ ਦੇਖੋ, ਅਸੀਂ ਵੀ ਦੇ ਸਕਦੇ ਸੀਗੇ ਪਰ ਅਸੀਂ ਨਹੀਂ ਦਿੱਤੀ ਹੈਗੀ। ਅਸੀਂ ਸਪੋਰਟ ਕਰਦੇ ਹਾਂ। ਜੇ ਸਿੰਘਾਂ ਨੇ ਲਾਲ ਕਿਲੇ ਦੇ ਉੱਤੇ ਨਿਸ਼ਾਨ ਸਾਹਿਬ ਚੜ੍ਹਾਤੇ ਹੈ, ਅਸੀਂ ਕਹਿੰਦੇ ਹਾਂ ਬਹੁਤ ਅੱਛੀ ਗੱਲ ਕੀਤੀ ਹੈ। ਇਹਦੇ ਤੇ ਬੋਲਣ ਦੀ ਲੋੜ ਤਾਂ ਕਿਸਾਨਾਂ ਨੂੰ ਹੈ ਨਹੀਂ ਗੀ, ਉਹ ਤਾਂ ਆਪਣੇ ਕੰਮ 'ਚ ਜੁਟੇ ਹੋਏ ਹੈ। ਜੇ ਨਿਸ਼ਾਨ ਸਾਹਿਬ ਝੂਲੂਗਾ ਤੇ ਕਿਸਾਨਾਂ ਦੀਆਂ ਵੀ ਮੰਗਾਂ ਜਿਹੜੀਆਂ ਮੰਗੀਆਂ ਜਾਣਗੀਆਂ। ਹੁਣ ਇਹਨਾਂ ਨੂੰ 3-4 ਮਹੀਨੇ ਹੋ ਗਏ ਹਿੰਦੂਤਵਾ ਦੇ ਤਰਲੇ ਮਿਹਨਤ ਕਰਦੇ ਹੈ, ਪਰ ਤੁਸੀਂ ਦੇਖੋ ਕਿ ਜੇ ਆਪਣੀ ਹੁਕੂਮਤ ਹੋਊਗੀ, ਅਸੀਂ ਪਾਕਿਸਤਾਨ ਦੇ ਨਾਲ ਬਾਰਡਰ ਖੋਲਾਂਗੇ। ਪਾਕਿਸਤਾਨ ਅੱਜ ਕਣਕ ਰੂਸ ਤੋਂ ਮੰਗਾ ਰਿਹਾ ਤੇ ਸਾਡੀ ਵੱਟ ਪਾਕਿਸਤਾਨ ਦੇ ਨਾਲ ਲੱਗਦੀ ਹੈ। ਬੇਸ਼ੱਕ ਤੁਸੀਂ ਬੋਰੀਆਂ ਚੱਕ ਕੇ ਉੱਧਰ ਭੇਜ ਦਿਓ। ਫਿਰ ਜਿਹੜੀ ਸਾਡੀ ਬਾਸਮਤੀ ਹੈ ਇੱਥੇ 1900 ਰੁਪਈਆ ਕੁਇੰਟਲ ਵਿਕੀ ਹੈ, ਤੇ ਇਸੇ ਦਾ ਮੁੱਲ ਈਰਾਨ ਇਰਾਕ ਦੇ ਵਿੱਚ 5600 ਰੁਪਈਆ ਕੁਇੰਟਲ ਹੈ। ਤੇ ਸਾਡੀ ਬੇਰੁਜ਼ਗਾਰੀ ਸਾਡੇ ਪੰਜਾਬੀਆਂ ਦੀ ਹੈਗੀ ਹੈ ਕਰੀਬਨ 46 ਲੱਖ ਨੌਜਵਾਨ ਬੇਰੁਜ਼ਗਾਰ ਹੈ। ਜੇ ਬਾਰਡਰ ਖੁੱਲ੍ਹਣਗੇ, ਕਿਸਾਨਾਂ ਦੀਆਂ ਜਿਨਸਾਂ ਪਾਰ ਜਾਣਗੀਆਂ, ਉਹ ਵੀ ਪੈਸਾ ਵੱਟਣਗੇ, ਤੇ ਫਿਰ ਸਾਡੇ ਜਿਹੜੇ ਬੇਰੁਜ਼ਗਾਰ ਮੁੰਡੇ ਹੈ ਇਹ ਟਰੱਕਾਂ ਤੇ ਟਰਾਂਸਪੋਰਟ ਤੇ ਲੱਗ ਕੇ ਇਹ ਸਾਰਾ ਰੂਸ ਤੱਕ ਜਾਣਗੇ, ਸੈਂਟਰਲ ਏਸ਼ੀਆ, ਚੀਨ ਤੱਕ ਮਾਲ ਲੈ ਕੇ ਜਾਣਗੇ। ਤੇ ਜਿਹੜੇ ਸਾਡੇ ਲਾਲੇ ਬਣ ਗਏ ਹੈ ਤੇ ਉਹਨਾਂ ਨੇ ਸਾਰਾ ਵਪਾਰ ਤਾਂ ਉਹਨਾਂ ਨੇ ਕਰਨਾ ਹੈ, ਉਹ ਵੀ ਰੱਜਣਗੇ। ਸੋ ਮੇਰਾ ਮਤਲਬ ਹੈ ਕਿ ਹਿੰਦੂਆਂ ਨੂੰ ਸਿੱਖਾਂ ਨੂੰ ਅਪੋਜ਼ ਨਹੀਂ ਕਰਨਾ ਚਾਹੀਦਾ, ਉਹਨਾਂ ਦੇ ਖਿਲਾਫ ਨਹੀਂ ਕਰਨਾ ਚਾਹੀਦਾ, ਕਿਉਂ ਕਰਕੇ ਦੋਨੋਂ ਹੀ ਕੰਮ ਇਹ ਇਕੱਠੇ ਕਰਦੇ ਹੈ। ਮੁਸਲਮਾਨ ਵੀ ਅਸੀਂ ਇਕੱਠੇ ਕਰਦੇ ਹਾਂ, ਪਰ ਮੇਰਾ ਮਤਲਬ ਇਹ ਮਤਸਵੀ ਸੋਚ ਨਹੀਂ ਹੋਣੀ ਚਾਹੀਦੀ ਕਿ ਸਿੱਖ ਬਾਰਡਰ ਖੁਲਾਉਣਾ ਚਾਹੁੰਦੇ ਹੈ, ਜਾਂ ਕਰਤਾਰਪੁਰ ਸਾਹਿਬ ਦਾ ਬਾਰਡਰ ਜਿਹੜਾ ਖੁੱਲ੍ਹਾ ਸੀ ਉਹ ਵੀ ਮੋਦੀ ਸਾਹਿਬ ਨੇ ਬੰਦ ਕਰਤਾ ਹੈ। ਇਹਦੇ ਨਾਲ ਜਿਹੜੀ ਸਾਡੀ ਰਿਲੀਜੀਅਸ ਫਰੀडम ਹੈ, ਆਜ਼ਾਦੀ ਹੈ ਸਾਡੇ ਮਜ਼ਹਬ ਦੀ, ਉਹਦੇ ਉੱਤੇ ਹਿੰਦੂਤਵਾ ਦੀ ਬੀਜੇਪੀ RSS ਸਰਕਾਰ ਨੇ ਛਾਪਾ ਮਾਰਿਆ। ਅੱਛਾ, ਕੱਲ੍ਹ ਦੀ ਜੇ ਗੱਲ ਕਰੀਏ ਮਾਨ ਸਾਹਿਬ, ਕੱਲ੍ਹ ਰੈਲੀ ਸੀਗੀ, ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨਾ ਸੀਗਾ। ਹਰੇਕ ਪਾਰਟੀਆਂ ਆਪਣੇ ਆਪਣੇ ਹੁਣ ਤੌਰ ਤਰੀਕੇ ਅਪਣਾ ਰਹੀਆਂ ਨੇ। ਆਮ ਆਦਮੀ ਪਾਰਟੀ ਸਾਈਕਲ ਤੇ ਗਈ ਸੀ ਵਿਧਾਨ ਸਭਾ, ਤੇ ਦੇਖੀਏ ਤਾਂ ਸੁਖਬੀਰ ਸਿੰਘ ਬਾਦਲ ਵੀ ਆਪਣਾ ਜੱਥਾ ਲੈ ਕੇ ਉੱਥੇ ਪਹੁੰਚੇ ਸੀ, ਜਿਨ੍ਹਾਂ ਉੱਤੇ ਪਾਣੀ ਦੀ ਬੌਛਾਰਾਂ ਸਿੱਟੀਆਂ ਗਈਆਂ। ਗ੍ਰਿਫਤਾਰੀ ਹੋਈ ਤਾਂ ਚਲੋ, ਗ੍ਰਿਫਤਾਰੀ ਤਾਂ ਚਲੋ ਇੱਕ ਨਾਮ ਦੀ ਸੀ, ਉਹ ਵਾਪਸ ਵੀ ਆਏ ਨੇ। ਤੁਸੀਂ ਇਹਨਾਂ ਨੂੰ ਕਿਵੇਂ ਦੇਖਦੇ ਹੋ? ਜੇ ਉਹਨਾਂ ਦੇ ਬਿਆਨ ਦੀ ਗੱਲ ਕਰੀਏ ਵੀ ਸਾਰੀ ਜਿਵੇਂ ਸਿਆਸੀ ਪਾਰਟੀਆਂ ਹੁਣ ਆਪਣੇ ਆਪਣੇ ਤੌਰ ਤਰੀਕੇ ਅਜ਼ਮਾ ਰਹੀਆਂ ਨੇ, ਕੱਲ੍ਹ ਦੀ ਰੈਲੀ ਨੂੰ ਤੁਸੀਂ ਕਿਵੇਂ ਦੇਖਦੇ ਹੋ? ਜਿਹੜੀ ਕੱਲ੍ਹ ਬਾਦਲ ਸਾਹਿਬ ਦੀ ਰੈਲੀ ਹੋਈ ਹੈ, ਇਹ ਚੰਡੀਗੜ੍ਹ 'ਚ ਹੋਈ ਹੈ ਜੀ। ਚੰਡੀਗੜ੍ਹ ਦੇ ਵਿੱਚ ਹਕੂਮਤ ਸੈਂਟਰ ਦੀ ਹੈ, ਮੋਦੀ ਸਾਹਿਬ ਦੀ ਹੈ, ਤੇ ਬਾਦਲ ਸਾਹਿਬ ਦੇ ਸੰਬੰਧ ਬੀਜੇਪੀ RSS ਦੇ ਨਾਲ ਬਹੁਤ ਨੇੜਦੇ ਹੈਗੇ ਹੈ। ਇਹਨਾਂ ਨੇ ਇਹ ਵੀ ਬਿਆਨ ਦਿੱਤਾ ਸੀਗਾ ਕਿ ਸਾਡੇ ਬੀਜੇਪੀ ਤੇ ਬਾਦਲ ਦਲੀਆਂ ਦੇ ਸੰਬੰਧ ਜਿਵੇਂ ਇੱਕ ਪਤਨੀ ਤੇ ਪਤੀ ਦੇ ਹੁੰਦੇ ਹੈ, ਇਹੋ ਜਿਹੇ ਗਹਿਰੇ ਸਾਡੇ ਸੰਬੰਧ ਹੈ। ਹੁਣ ਇਹ ਤੁਸੀਂ ਪੁੱਛੋ ਕਿ ਜੇ ਐਡੇ ਗਹਿਰੇ ਸੰਬੰਧ ਹੈ, ਬਾਦਲ ਸਾਹਿਬ ਦੱਸਣ, ਫਿਰ ਬੀਜੇਪੀ RSS ਸਰਕਾਰ ਨੇ ਇਹਨਾਂ ਦੇ ਉੱਤੇ ਕਿਉਂ ਵਰਸ਼ਾ ਕੀਤੀ ਹੈ ਪਾਣੀ ਦੀ ਤੇ ਡੰਡੇ ਚਲਾਏ ਹੈ? ਤੇ ਮੇਰਾ ਮਤਲਬ ਢੀਠ ਲੋਕ ਹੈਗੇ ਹੈ, ਇੰਨੀ ਬੇਇੱਜ਼ਤੀ ਜ਼ਲਾਲਤ ਕਰਕੇ ਹੋ ਕੇ ਫਿਰ ਵੀ ਉਹਨਾਂ ਦੇ ਨਾਲ ਚੱਲਦੇ ਫਿਰਦੇ ਆ। ਸਿੱਖਾਂ ਨਾਲ ਇਹ ਸਮਝੌਤਾ ਨਹੀਂ ਕਰਦੇ, ਭਰਾਵਾਂ ਨਾਲ ਤੇ ਬਗਾਨਿਆਂ ਨਾਲ ਚੱਲਦੇ ਆ, ਤੇ ਫਿਰ ਛਿੱਤਰ ਖਾਂਦੇ ਆ ਜਿਵੇਂ ਕੱਲ੍ਹ ਖਾਧੇ ਆ। ਹੁਣ ਇਹ ਤਾਂ ਬਾਕੀ ਇਹਨਾਂ ਨੂੰ ਪੁੱਛ ਲਓ ਕੀ ਕਰਦੇ ਆ। ਉਹਨਾਂ ਨੇ ਆਪਣੀ ਰੈਲੀ ਦੇ ਵਿੱਚ ਇੱਕ ਬਿਆਨ ਦਿੱਤਾ, ਕਹਿੰਦੇ ਵੀ ਜੇ ਸਾਡੀ ਸਰਕਾਰ ਹੁਣ ਤੁਸੀਂ ਮੁੜ ਤੋਂ 22 ਦੇ ਵਿੱਚ ਬਣਾ ਦਿੰਦੇ ਹੋ ਤਾਂ ਜਿੰਨੇ ਵੀ ਬਿਜਲੀ ਦੇ ਰੇਟ ਨੇ ਮੈਂ ਸਾਰੇ ਅੱਧੇ ਕਰ ਦੂੰਗਾ। SCBC ਜਿਹੜੇ ਬੱਚੇ ਪੜ੍ਹਦੇ ਨੇ ਉਹਨਾਂ ਦੀਆਂ ਪੜ੍ਹਾਈਆਂ ਮੁਫਤ ਕਰ ਦੂੰਗਾ, ਵੀ ਜਿਹੜੀ ਕੈਪਟਨ ਸਰਕਾਰ ਨੇ ਪੜ੍ਹਾਈ ਜਿਹੜੀ ਮੁਫਤ ਸੀਗੀ ਉਹ ਬੰਦ ਕਰਤੀ। ਵੀ ਇਹ ਸਾਰੇ ਇਹੋ ਜਿਹੇ ਬਿਆਨਾਂ 'ਤੇ ਕੋਈ ਲੋਕ ਭਰੋਸਾ ਕਰਨਗੇ ਹੁਣ?
ਇਹਨਾਂ ਨੇ ਪੈਸੇ ਬਹੁਤ ਖਾਧੇ ਹੈ ਜੀ, ਤੇ ਇਹ ਬਹੁਤ ਜ਼ਬਰ ਕੀਤਾ ਹੈਗਾ। ਹੁਣ ਸਾਡੇ ਤੇ ਖਾਲਿਸਤਾਨ ਦੇ ਕੇਸ ਬਣਾਤੇ ਬਾਦਲ ਨੇ ਤੇ ਸੁਖਬੀਰ ਸਿੰਘ ਨੇ ਤੇ ਬੀਜੇਪੀ ਨੇ। ਅਸੀਂ ਉਸ ਵੇਲੇ ਤਾਂ ਥੋੜ੍ਹੇ ਜਿਹੇ ਕਹਿੰਦੇ ਸੀਗੇ ਕਿ ਇਹ ਬਾਦਲਾਂ ਨੇ ਸਾਡੇ ਉੱਤੇ ਕਿਉਂ ਕੀਤੇ, ਪਰ ਗੱਲ ਐ ਹੋਈ ਕਿ ਇਹ ਜਦੋਂ ਸਾਡਾ ਕੇਸ ਖਾਲਿਸਤਾਨ ਦਾ ਹਾਈ ਕੋਰਟ 'ਚ ਗਿਆ ਜੀ, ਹਾਈ ਕੋਰਟ ਨੇ ਫੈਸਲਾ ਕਰਤਾ ਕਿ ਖਾਲਿਸਤਾਨ ਕਹਿਣਾ, ਕਾਨਫਰੰਸ ਕਰਨੀ, ਗੱਲਬਾਤ ਕਰਨੀ, ਇਹਦਾ ਜੁਰਮ ਨਹੀਂ ਬਣਦਾ ਤੇ ਸਾਨੂੰ ਰਿਹਾ ਕਰਤਾ। ਫਿਰ ਬਾਦਲ ਸਾਹਿਬ ਐਡੇ ਕੱਟੜ ਹਿੰਦੂਤਵਾ ਦੇ ਪਿੱਠੂ ਬਣ ਗਏ ਹੈ, ਇਹਨਾਂ ਨੇ ਸਾਡੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਉਹੀ ਕੇਸ ਦੀ ਅਪੀਲ ਕਰਤੀ। ਸੁਪਰੀਮ ਕੋਰਟ ਨੇ ਵੀ ਕਿਹਾ ਕਿ ਜਦੋਂ ਸਿੱਖ ਖਾਲਿਸਤਾਨ ਮੰਗਦੇ ਹੈ ਤੇ ਅਮਨ ਪਸੰਦ ਤਰੀਕੇ ਦੇ ਨਾਲ ਉਹ ਗੱਲ ਕਰਦੇ ਹੈ, ਕਾਨਫਰੰਸ ਕਰਦੇ ਹੈ, ਪ੍ਰੈਸ ਸਟੇਟਮੈਂਟਸ ਦਿੰਦੇ ਹੈ, ਤੇ ਜਦੋਂ ਕੋਈ ਲਹੂ ਲਹਾਨ ਨਹੀਂ ਕਰਦੇ ਫਿਰ ਖਾਲਿਸਤਾਨ ਕਹਿਣ ਦੇ ਵਿੱਚ ਤਾਂ ਕੋਈ ਹਰਜ ਹੈ ਨਹੀਂ ਗਾ। ਇਹਨਾਂ ਨੇ ਸਿੱਖਾਂ ਦੇ ਖਿਲਾਫ ਇਹ ਬਾਦਲ ਦਰਗਾਹ ਨੇ ਬਹੁਤ ਜ਼ਿਆਦਾ ਜ਼ਬਰ ਕੀਤਾ। ਇੱਕ ਮੈਨੂੰ ਲਾਈਨਾਂ ਯਾਦ ਆ ਗਈਆਂ ਕਿ ਨਾ ਤੀਰਾਂ ਨਾ ਤਲਵਾਰਾਂ ਤੋਂ ਸਿੱਖ ਕੌਮ ਡਰੇ ਗੱਦਾਰਾਂ ਤੋਂ। ਹਾਂ, ਇਹ ਕਿਤੇ ਉਹੀ ਚੀਜ਼ ਜਿਹੜੀ ਮੁੜ ਵਾਪਸ ਆ ਰਹੀ ਹੈ। ਹਾਂ ਬਿਲਕੁਲ। ਅੱਛਾ, ਇੱਕ ਇਹ ਸਵਾਲ ਮੇਰਾ ਇਹ ਵੀ ਹੋਊਗਾ ਵੀ ਕਿ ਜੇ ਸਿਰਫ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਨਾ ਕਰੀਏ, ਆਪਾਂ ਹੋਰ ਵੀ ਜਿਹੜੀ ਪਾਰਟੀਆਂ ਨੇ ਉਹਨਾਂ ਦੀ ਗੱਲ ਕਰ ਲਈਏ, ਕਾਂਗਰਸ ਹੋ ਗਈ, ਆਮ ਆਦਮੀ ਪਾਰਟੀ ਹੋ ਗਈ, ਤਾਂ ਹੋਰ ਵੀ ਜਿਹੜੀਆਂ ਪਾਰਟੀਆਂ ਨੇ, ਕਿ ਇਹਨਾਂ ਸਿਆਸੀ ਪਾਰਟੀਆਂ ਦੇ ਜਿਵੇਂ ਹੁਣ ਕਿਸਾਨੀ ਅੰਦੋਲਨ ਦੇ ਵਿੱਚ ਜੇ ਦੇਖੀਏ ਤਾਂ ਪੂਰਨ ਤੌਰ ਤੇ ਲੋਕਾਂ ਵੱਲੋਂ ਬਾਈਕਾਟ ਕੀਤਾ ਗਿਆ ਕਿ ਅਸੀਂ ਵੀ ਕਿਸੇ ਸਿਆਸੀ ਪਾਰਟੀ ਦੀ ਸਪੋਰਟ ਨਹੀਂ ਕਰਾਂਗੇ, ਕੋਈ ਸਿਆਸੀ ਲੀਡਰ ਸਾਡੇ ਕੋਲ ਨਹੀਂ ਆਊਗਾ। ਕਿ ਇਹਨਾਂ ਹੁਣ 22 ਦੀ ਚੋਣਾਂ ਹੋਣ ਵਾਲੀਆਂ ਨੇ, ਬਿਲਕੁਲ ਨਜ਼ਦੀਕ ਨੇ, ਵਿਹੜੇ ਤੇ ਖੜੀਆਂ ਨੇ, ਕਿ ਇਹਨਾਂ ਹੁਣ ਜਿਹੜੇ ਲੋਕ ਨੇ ਇਹਨਾਂ ਸਿਆਸੀ ਪਾਰਟੀਆਂ ਤੇ ਵਿਸ਼ਵਾਸ ਕਰਨਗੇ ਜਾਂ ਕੋਈ ਨਵਾਂ ਚਿਹਰਾ ਉੱਭਰ ਕੇ ਸਾਹਮਣੇ ਆਊਗਾ? ਦੇਖੋ ਜੀ, ਅਸੀਂ ਤਾਂ ਆਪਣੀ ਪਾਰਟੀ ਦੀ ਗੱਲ ਕਰ ਸਕਦੇ ਹਾਂ। ਇਹਨਾਂ ਨੇ ਜਦੋਂ ਕਿਹਾ ਕਿ ਕੋਈ ਸਿਆਸੀ ਪਾਰਟੀ ਨਹੀਂ ਆਊਗੀ, ਅਸੀਂ ਤਾਂ ਇਹਨਾਂ ਦੇ ਕੋਲੇ ਗਏ ਨਹੀਂ ਹੈ, ਪਰ ਅਸੀਂ ਸਪੋਰਟ ਤਾਂ ਪੂਰੀ ਕਰ ਰਹੇ ਹਾਂ ਤੇ ਸਾਡੇ ਜਥੇਦਾਰ ਸਾਰੇ ਜਾ ਰਹੇ ਹੈ। ਤੇ ਫਿਰ ਜਦੋਂ ਇਹਨਾਂ ਨੇ ਮਾਰਚ ਕੀਤੀ ਹੈ 26 ਜਨਵਰੀ ਨੂੰ ਜੀ, ਜਿਹੜੇ ਫੜੇ ਗਏ ਹੈ ਉਹਨਾਂ ਦੇ ਹੱਕ ਦੇ ਵਿੱਚ ਤਾਂ ਅਸੀਂ ਬੋਲੇ ਹਾਂ। ਬਹੁਤ ਸਾਰੇ ਲੋਕ ਤਾਂ ਡਰ ਗਏ ਸੀਗੇ ਕਿ ਅਸੀਂ ਹੁਣ ਨਿਸ਼ਾਨ ਸਾਹਿਬ ਦੇ ਹੱਕ ਦੇ ਵਿੱਚ ਕਿਵੇਂ ਬੋਲ ਸਕਦੇ ਹਾਂ, ਪਰ ਜਦੋਂ ਇਹਨਾਂ ਦੇ ਟੁਕੜੇ ਜਾ ਕੇ ਉੱਥੇ ਨਿਸ਼ਾਨ ਸਾਹਿਬ ਚੜ੍ਹਾਏ ਹੈ ਜੀ, ਫਿਰ ਫਰਜ਼ ਤਾਂ ਬਣਦਾ ਸੀ ਇਖਲਾਕੀ ਕਿ ਉਹਨਾਂ ਦੇ ਹੱਕ ਦੇ ਵਿੱਚ ਬੋਲਦੇ। ਚਲੋ ਉਹ ਨਹੀਂ ਬੋਲੇ, ਅਸੀਂ ਬੋਲੇ ਹਾਂ ਤੇ ਬੋਲਦੇ ਹਾਂ, ਤੇ ਅਸੀਂ ਇਹਨਾਂ ਦੇ ਜਿਹੜਾ ਜਦੋਜਹਿਦ ਹੈ ਉਹਨੂੰ ਸਪੋਰਟ ਵੀ ਕਰਦੇ ਹਾਂ ਤੇ ਇਹਨਾਂ ਨੂੰ ਕਹਿੰਦੇ ਹਾਂ ਕਿ ਸਿਰਫ ਦਿੱਲੀ ਵੱਲ ਨਾ ਦੇਖੋ, ਆਪਾਂ ਇੱਧਰਲੇ ਪਾਸੇ ਵੀ ਦੇਖ ਸਕਦੇ ਹਾਂ ਕਿ ਜਿੱਥੇ ਇੰਨੀ ਘਾਟ ਹੈ ਇੱਥੇ ਸਾਨੂੰ ਕੌਡੀ ਦਾ ਮੁੱਲ ਨਹੀਂ ਮਿਲਦਾ, ਤੇ ਕਣਕ ਦੀ ਘਾਟ ਹੈਗੀ ਹੈ ਪਾਕਿਸਤਾਨ ਦੇ ਵਿੱਚ, ਬਾਸਮਤੀ ਦੀ ਹੈ, ਹੋਰ ਜਿਨਸਾਂ ਦੀ ਹੈਗੀ ਹੈ, ਇਰਾਕ, ਇਰਾਨ, ਸੀਰੀਆ, ਗਲਫ ਦੇ ਵਿੱਚ ਸੈਂਟਰਲ ਜਿਹੜਾ ਏਸ਼ੀਅਨ ਰਿਪਬਲਿਕਸ ਨੇ, ਰੂਸ, ਚੀਨ ਤੱਕ ਅਸੀਂ ਜਾ ਸਕਦੇ ਹਾਂ। ਤੁਹਾਡੇ ਬੱਚੇ ਜਿਹੜੇ ਬੇਰੁਜ਼ਗਾਰ ਹੈ ਉਹ ਰੋਜੀ ਕਮਾ ਸਕਦੇ ਹੈ। ਤਾਂ ਮੇਰਾ ਮਤਲਬ ਸਿਰਫ ਦਿੱਲੀ ਵੱਲ ਦੇਖੀ ਜਾਣਾ ਉਹ ਤਾਂ ਕੋਈ ਫਾਇਦੇਮੰਦ ਨਹੀਂ ਹੈ, ਇਹ ਸਿਰਫ ਜ਼ਲਾਲਤ ਹੈ। ਆਪਾਂ ਨੂੰ ਇੱਧਰ ਵੀ ਦੇਖਣਾ ਚਾਹੀਦਾ ਨਾ। ਜਿਹੜਾ ਜਰਨੈਲ ਹੁੰਦਾ ਹੈ ਉਹ ਸਿਰਫ ਇੱਕ ਪਾਸੇ ਨਹੀਂ ਦੇਖਦਾ, ਉਹ ਦੇਖਦਾ ਕਿ ਕਿਹੜੇ ਪਾਸਿਓਂ ਦੀ ਮੈਂ ਵਿੱਚ ਦੀ ਲੰਘ ਸਕਦਾ। ਸੋ ਮੇਰਾ ਮਤਲਬ ਹੈ ਕਿ ਆਪਾਂ ਨੂੰ ਦੇਖਣਾ ਚਾਹੀਦਾ ਹੈ ਕਿ ਸਿਰਫ ਦਿੱਲੀ ਦਾ ਮੁਖੜਾ ਦੇਖੀ ਜਾਈਏ ਤੇ ਉੱਥੇ ਸਾਨੂੰ ਠੂਠੂ ਦਿਖਾਈ ਜਾਣ, ਉਹਦਾ ਤਾਂ ਫਾਇਦਾ ਹੈ ਨਹੀਂ ਨਾ। ਤੇ ਗੱਲ ਸਿਰਫ ਪ੍ਰਾਈਮ ਮਿਨਿਸਟਰ ਨਾਲ ਹੁੰਦੀ ਹੈ, ਐਵੇਂ ਛੋਟੇ ਛਾਟੇ ਕਿਸਾਨ ਦੇ ਵਜ਼ੀਰ ਟਕੈਤ ਸਾਹਿਬ ਦੇ ਕੋਲੇ ਕੀ ਹੈ, ਵਿਚਾਰੇ ਕੋਲੇ ਵਜ਼ੀਰ ਹੈ, ਪਰ ਪਾਵਰ ਤਾਂ ਮੋਦੀ ਸਾਹਿਬ ਦੇ ਕੋਲੇ ਹੈ, ਉਹਨਾਂ ਨਾਲ ਗੱਲ ਹੋਣੀ ਚਾਹੀਦੀ ਹੈ। ਅੱਛਾ ਮਾਨ ਸਾਹਿਬ, ਜੇ ਮੈਂ ਗੱਲ ਕਰਾਂ, ਜਿਵੇਂ ਕਿ ਗ੍ਰਿਫਤਾਰੀਆਂ ਦੀ ਤੁਸੀਂ ਗੱਲ ਕੀਤੀ, ਇੱਕ ਗ੍ਰਿਫਤਾਰੀ ਹੋਈ ਸੀ ਦੀਪ ਸਿੱਧੂ ਦੀ, ਜਿਸ ਦਾ ਪੂਰਾ ਜਿਹੜਾ ਨਿਸ਼ਾਨ ਸਾਹਿਬ ਦਾ ਜਿਹੜਾ 26 ਜਨਵਰੀ ਦਾ ਜਿਹੜਾ ਆਪਾਂ ਕਹਿ ਸਕਦੇ ਹਾਂ ਮਾਮਲੇ ਦਾ, ਉਹ ਸਾਰਾ ਦੋਸ਼ੀ ਜਿਹੜਾ ਸੀਗਾ ਦੀਪ ਸਿੱਧੂ ਨੂੰ ਕਰਾਰ ਕਰ ਦਿੱਤਾ ਗਿਆ ਸੀਗਾ। ਨੈਸ਼ਨਲ ਮੀਡੀਆ ਤੇ ਵੀ ਇਹੀ ਨਿਊਜ਼ ਸੀਗੀ ਕਿ ਜਿਹੜਾ 26 ਜਨਵਰੀ ਜਿਹੜਾ ਦੋਸ਼ੀ ਆ, ਮੁੱਖ ਦੋਸ਼ੀ ਆ, ਉਹ ਦੀਪ ਸਿੱਧੂ ਆ, ਉਸ ਦੇ ਉੱਤੇ 1 ਲੱਖ ਦਾ ਇਨਾਮ ਰੱਖ ਦਿੱਤਾ ਗਿਆ। ਜ਼ੀਰਕਪੁਰ ਉਹਨੂੰ ਫੜ ਲਿੱਤਾ ਗਿਆ। ਹੁਣ ਉਹਨਾਂ ਦੇ ਬਾਰੇ ਤੁਸੀਂ
ਕਹਿਣਾ ਚਾਹੋਗੇ ਵੀ ਦੀਪ ਸਿੱਧੂ ਨੂੰ ਬਾਹਰ ਰਿਹਾ ਕਰਨਾ ਚਾਹੀਦਾ, ਕਿਉਂਕਿ ਹਾਲਾਂਕਿ ਕਈ ਲੋਕ ਕਹਿ ਰਹੇ ਵੀ ਉਹਨਾਂ ਦਾ ਕੋਈ ਕਸੂਰ ਹੀ ਨਹੀਂ। ਨਾ ਉਹਦਾ ਕੀ ਕਸੂਰ ਹੈਗਾ, ਇਹ ਕੋਈ ਅਮਨ ਪਸੰਦ ਤਰੀਕੇ ਨੇ ਨਾਲ ਉਹਨਾਂ ਨੇ ਸਾਰਾ ਕੁਝ ਕੀਤਾ ਹੈ ਤੇ ਲੱਖੇ ਨੇ ਵੀ ਕੀਤਾ ਹੈ ਤੇ ਲੱਖੇ ਦੇ ਉੱਤੇ ਵੀ ਇਨਾਮ ਰੱਖਦਾ ਹੈ। ਇਹ ਤਾਂ ਮੁਗਲ ਹਕੂਮਤ ਸਿੱਖਾਂ ਦੇ ਉੱਤੇ ਸਿਰਾਂ ਦੇ ਉੱਤੇ ਇਨਾਮ ਰੱਖਦੀ ਸੀਗੀ, ਜਿਵੇਂ ਜ਼ਕਰੀਆ ਖਾਨ ਸੂਬਾ ਲਾਹੌਰ ਸੀ, ਉਹਨੇ ਇਨਾਮ ਰੱਖੇ ਸੀਗੇ। ਤੇ ਇਹ ਤਾਂ ਫਿਰ ਇਹ ਮੁਗਲਾਂ ਦਾ ਮੁਕਾਬਲਾ ਹਿੰਦੂਤਵਾ ਵਾਲੇ ਕਰ ਰਹੇ ਹੈ, ਬੀਜੇਪੀ RSS, ਕਿ ਸਿੱਖਾਂ ਦੇ ਸਿਰਾਂ ਦੇ ਉੱਤੇ ਮੁੱਲ ਰੱਖ ਰਹੇ ਆ। ਬਹੁਤ ਕਮੀਨੀ ਗੱਲ ਹੈ, ਇਹੋ ਜਿਹੀ ਹਿੰਦੂ ਨੂੰ ਕਰਨੀ ਨਹੀਂ ਚਾਹੀਦੀ। ਮਾਨ ਸਾਹਿਬ, ਆਖਰੀ ਸਵਾਲ ਮੇਰਾ ਇਹ ਹੋਊਗਾ, ਕੀ ਲੱਗਦਾ ਵੀ ਮੋਰਚਾ ਹੁਣ ਕਿੰਨਾ ਕੁ ਲੰਬਾ ਚੱਲ ਸਕਦਾ? ਇੱਕ ਸਵਾਲ ਮੇਰਾ ਇਹ ਵੀ ਨਿਕਲ ਕੇ ਆਉਂਦਾ, ਜਿਵੇਂ ਤੁਹਾਡਾ ਜੇ ਸੋਸ਼ਲ ਮੀਡੀਆ ਅਕਾਊਂਟ ਦੇਖੀਏ ਤਾਂ ਉਸ ਦੇ ਉੱਤੇ ਹੁਣ ਇੱਕ ਨਾਮ ਹੋਰ ਅੱਗੇ ਜੁੜ ਗਿਆ, ਕਿਸਾਨ ਸਿਮਰਨਜੀਤ ਸਿੰਘ ਮਾਨ। ਕੀ ਇਹ ਕਿਸਾਨ ਮਤਲਬ ਕਿ ਹੁਣ ਕਿਸਾਨੀ ਸੰਘਰਸ਼ ਨੂੰ ਲੈ ਕੇ ਲਗਾਇਆ ਗਿਆ? ਅਸੀਂ ਹੈਗੇ ਕਿਸਾਨ ਹੈ ਜੀ, ਇਹ ਸਾਡੀ ਪਾਰਟੀ ਕਿਸਾਨਾਂ ਤੋਂ ਚੱਲਦੀ ਹੈ ਨਾ। ਅਸੀਂ ਪਿੰਡਾਂ 'ਚ ਰਹਿੰਦੇ ਹਾਂ, ਪਰ ਜਿਹੜੇ ਵੱਡੇ ਵੱਡੇ MLA ਬਣ ਜਾਂਦੇ, MP ਚਲੇ ਬਣ ਜਾਂਦੇ ਹੈ, ਉਹ ਆਪਣੇ ਪਿੰਡ ਛੱਡ ਕੇ ਸ਼ਹਿਰਾਂ ਚਲੇ ਜਾਂਦੇ ਹੈਗੇ ਆ। ਤੇ ਅਸੀਂ ਹੈਗੇ ਕਿਸਾਨ ਹੈ, ਤਾਂ ਫਿਰ ਇਹ ਕਿਸਾਨ ਮੰਨਣ ਦੇ ਵਿੱਚ ਕੀ ਤੁਹਾਨੂੰ ਤਕਲੀਫ ਹੈਗੀ ਹੈ? ਤੁਸੀਂ ਕਦੇ ਗੁੱਲੀ ਡੰਡਾ ਖੇਡਿਆ? ਮੇਰਾ ਨਹੀਂ ਖਿਆਲ ਹੈ ਨਾ। ਫਿਰ ਤੁਸੀਂ ਜੰਗਲ ਪਾਣੀ ਗਏ ਹੋ ਪੈੜੀਆਂ 'ਚ? ਨਹੀਂ ਗਏ। ਫਿਰ ਇਹੋ ਜਿਹੇ ਬੰਦੇ ਕਿਸਾਨ ਕਿਵੇਂ ਬਣ ਸਕਦੇ ਆ ਜਿਹੜੇ ਪੈੜੀਆਂ 'ਚ ਜੰਗਲ ਪਾਣੀ ਨਹੀਂ ਗਏ ਜਾਂ ਗੁੱਲੀ ਡੰਡਾ ਨਹੀਂ ਖੇਡਿਆ? ਜੀ, ਤੁਹਾਨੂੰ ਪਤਾ ਕੀ ਕਰੀਦਾ ਗੁੱਲੀ ਡੰਡੇ 'ਚ? ਜੇ ਸ਼ਾਮ ਨੂੰ ਜਦੋਂ ਬੰਦ ਹੋ ਜਾਂਦਾ, ਰਾਤ ਪੈ ਜਾਂਦੀ ਆ, ਫਿਰ ਕਿਸੇ ਸਿਆਣੇ ਬੰਦੇ ਨੂੰ ਪੁੱਛੋ ਕੀ ਕਰੀਦਾ ਇਹ ਜੀ ਹੈ ਨਾ। ਜੀ, ਅੱਛਾ ਮਾਨ ਸਾਹਿਬ, ਆਖਰੀ ਸਵਾਲ ਮੇਰਾ ਇਹ ਹੋਊਗਾ ਵੀ ਕੀ ਲੱਗਦਾ ਸੰਘਰਸ਼ ਕਿੰਨਾ ਕੁ ਲੰਬਾ ਹੋਰ ਚੱਲ ਸਕਦਾ? ਮੇਰਾ ਖਿਆਲ ਸਾਡੇ ਕੋਲ ਪੋਟੈਂਸ਼ੀਅਲ ਹੈਗਾ ਕਿ ਇਹਨੂੰ ਚਲਾਵਾਂਗੇ, ਚੱਲੂਗਾ। ਕਿਉਂ ਕਰਕੇ ਹੁਣ ਦ੍ਰਿੜਤਾ ਦੇ ਨਾਲ ਜੇ ਕੋਈ ਬੇਈਮਾਨੀ ਨਾ ਕਰੇ, ਕੋਈ ਹੌਂਸਲਾ ਨਾ ਛੱਡ ਦੇਵੇ ਤੇ ਸਿੱਖਾਂ ਦੇ ਖਿਲਾਫ ਜਿਹੜੀ ਸਾਡੀ ਰਵਾਇਤ ਹੈ ਉਹਦੇ ਖਿਲਾਫ ਕੋਈ ਗੱਲ ਨਾ ਕਰੇ, ਤੇ ਸਿਰਫ ਇਹ ਆਪਣੀ ਮੰਗ ਤੇ ਰਹੇ ਕਿ ਅਸੀਂ ਆਪਣਾ ਜਿਹੜੇ 3 ਕਾਨੂੰਨ ਹੈ ਉਹ ਰੱਦ ਕਰਾਉਣੇ ਹੈ ਤੇ MSP ਕਾਨੂੰਨ ਦੇ ਵਿੱਚ ਲਿਖਾਉਣੀ ਹੈ ਤੇ ਤਾਂ ਉੱਠਣਾ ਹੈਗਾ। ਤੇ ਮੇਰਾ ਖਿਆਲ ਹੈ ਕਿ ਹੁਣ ਲੋਕ ਜੇ ਇਹ ਉੱਠ ਵੀ ਪਏ ਬਗੈਰ ਸੌਦਾ ਕੀਤਿਆਂ ਤੇ ਇਹਨਾਂ ਨੂੰ ਮੂੰਹ ਨਹੀਂ ਲਾ ਸਕਦੇ ਹੈਗੇ। ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣਾ ਸਮਾਂ ਦਿੱਤਾ। ਸੋ ਦੋਸਤੋ, ਇਹ ਸਨ ਸਿਮਰਨਜੀਤ ਸਿੰਘ ਮਾਨ। ਇਹੋ ਜਿਹੀਆਂ ਹੋਰ ਸ਼ਖਸੀਅਤਾਂ ਨਾਲ ਸਮੇਂ-ਸਮੇਂ ਸਿਰ ਤੁਹਾਨੂੰ ਮਿਲਾਉਂਦੇ ਰਹਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਬੱਲ ਨੂੰ ਦਿਓ ਇਜਾਜ਼ਤ ਤੇ ਵੇਖਦੇ ਰਹੋ ਨਿਰਪੱਖ ਪੋਸਟ। ਧੰਨਵਾਦ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ। ਤਾਂ ਹੁਣੇ ਲਾਈਕ ਕਰੋ ਸਾਡਾ Facebook ਪੇਜ, ਸਬਸਕ੍ਰਾਈਬ ਕਰੋ YouTube ਤੇ ਅਤੇ ਫੋਲੋ ਕਰੋ Insta ਅਤੇ Twitter ਤੇ ਨਿਰਪੱਖ ਪੋਸਟ। ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।